ਜੇ ਕੋਈ ਕੱਟਦਾ मैं तुहाडे जरिए सारिਆਂ ਨੂੰ ਬੇਨਤੀ ਕਰਦਾ कि ना कोई इलीगल कॉलोनी कट्टे, ना कोई इलीगल कॉलोनी ਦੇ ਵਿੱਚ ਪਲਾਟ ਜਾਂ ਮਕਾਨ ਲਵੇ कि ਜਿੱਥੇ ਸੁਣਵਾਈ ਨਾ ਹੁੰਦੀ ਹੋਵੇ ਉੱਥੇ ਦਾ ਧਰਨਾ ਜਾਇਜ਼ ਹੈ। ਜਿੱਥੇ ਸੁਣਵਾਈ ਹੁੰਦੀ ਹੋਵੇ ਤੇ ਫਿਰ ਵੀ ਉਸ ਤੋਂ ਬਾਅਦ ਵੀ ਧਰਨੇ ਲੱਗਣ ਤੇ ਇਹ ਅਨਜਸਟੀਫਾਈਡ ਹੈ, ਉਹ ਅਨਕਾਲਡ ਫॉर ਹੈ। ਕੋਈ ਤੁਹਾਡਾ ਇਸ਼ੂ ਹੈ, ਕਿਸੇ ਵਰਗ ਦਾ ਇਸ਼ੂ ਹੈ ਤੇ ਸਰਕਾਰ ਸੁਣਨ ਨੂੰ ਉਹਨੂੰ ਹੱਲ ਕਰਨ ਦੇ ਲਈ ਤਿਆਰ ਹੈ। ਪਰ ਜੇ ਆਪਣਾ ਐਟੀਟਿਊਡ ਰਵੱਈਆ ਇਹ ਹੋਊਗਾ ਕਿ ਮੈਂ ਨਾ ਮੰਨੂ ਤੇ ਫਿਰ ਤਾਂ ਕੰਮ ਨਹੀਂ ਨਾ ਚੱਲਣਾ। ਰੇਟਾਂ ਦੇ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਕਿਉਂਕਿ ਜਦੋਂ ਇਲੀਗਲ ਮਾਈਨਿੰਗ ਦੇ ਉੱਪਰ ਚੂੜੀ ਕਸੀ ਗਈ, ਸਪਲਾਈ ਘਟ ਗਈ, ਡਿਮਾਂਡ ਵੱਧ ਸੀਗੀ, ਇਸ ਕਰਕੇ ਰੇਟਸ ਨੇ ਜਿਹੜੇ ਉਹ ਵਧੇ। ਜਦੋਂ ਤੱਕ ਇਨਵੈਸਟਮੈਂਟ ਪੰਜਾਬ ਦੇ ਵਿੱਚ ਨਹੀਂ ਆਊਗੀ ਉਦੋਂ ਤੱਕ ਆਪਾਂ ਕਿਵੇਂ ਅੱਗੇ ਵਧਾਂਗੇ। ਹੁਣ ਜੇ ਇਸ ਤਰੀਕੇ ਦਾ ਮਾਹੌਲ ਰਿਹਾ ਤੇ ਡੈਫੀਨੇਟਲੀ ਇੰਡਸਟਰੀ ਸੈਂਟੀਮੈਂਟ ਹੈ ਜਿਹੜਾ ਉਹ ਡੈਫੀਨੇਟਲੀ ਹਿੱਟ ਹੁੰਦਾ ਹੈ। ਔਰ ਇੰਡਸਟਰੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਤੁਸੀਂ ਜੋ ਪੰਜਾਬ ਦੀ ਇਕਨੋਮੀ ਉਹਨੂੰ ਟਰੈਕ ਦੇ ਉੱਪਰ ਚੜਾ ਸਕਦੇ ਹੋ। ਇੰਡਸਟਰੀ ਦੇ ਨਾਲ ਹੀ ਐਮਪਲੋਇਮੈਂਟ ਜਨਰੇਸ਼ਨ ਹੋਣੀ ਹੈ। ਪੰਜਾਬ ਦੇ ਕੈਬਨਿਟ ਮਿਨਿਸਟਰ ਅਮਨ ਅਰੋੜਾ ਅੱਜ ਅੰਮ੍ਰਿਤਸਰ ਪਹੁੰਚੇ ਨੇ, ਜਿੱਥੇ ਉਹਨਾਂ ਨੇ ਅੰਮ੍ਰਿਤਸਰ ਡਿਵੈਲਪਮੈਂਟ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਨਾਲ ਅੰਮ੍ਰਿਤਸਰ 'ਚ ਜਿਹੜੇ ਕਲੋਨਾਈਜ਼ਰ ਹੈ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਕਿ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਇਹ ਗੱਲਬਾਤ ਹੋਈ ਹੈ। ਉਹਨਾਂ ਨੇ ਆਖਿਆ 14,000 ਇਲੀਗਲ ਕਲੋਨੀਆਂ ਸੀ। ਸਾਬਕਾ ਸਰਕਾਰਾਂ ਦੇ ਕੁਝ ਜਿਹੜੇ ਚਹੇਤਾ ਲੋਕ ਸਨ ਉਹ ਕਲੋਨੀਆਂ ਕੱਟ ਗਏ। ਐਸੀ ਕਲੋਨੀਆਂ ਵੀ ਕੱਟੀਆਂ ਗਈਆਂ ਪੰਜਾਬ ਦੇ ਵਿੱਚ ਜਿੱਥੇ ਕਿ ਫਾਇਰ ਬ੍ਰਿਗੇਡ ਤੱਕ ਜਾਣ ਨੂੰ ਰਸਤਾ ਨਹੀਂ ਹੈ, ਪਾਰਕ ਨਹੀਂ ਹੈ। ਉਹ ਕੌਣ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ? ਆਖਿਰਕਾਰ ਕੀ ਉਹ ਪੈਸਾ ਵਾਪਸ ਆਏਗਾ ਜਾਂ ਨਹੀਂ ਆਏਗਾ, ਇਹ ਵੀ ਬੜਾ ਵੱਡਾ ਸਵਾਲ ਹੈ। ਹੁਣ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਦੋਂ ਇਹ ਵਿਪਕਸ਼ ਸਨ ਇਹ ਕਿਹਾ ਜਾਂਦਾ ਸੀਗਾ ਕਿ ਮਾਫੀਆ, ਰੇਤ ਮਾਫੀਆ ਦਾ ਰਾਜ ਹੈ, ਸ਼ਰਾਬ ਮਾਫੀਆ ਦਾ ਰਾਜ ਹੈ ਤੇ ਮਾਫੀਆ ਦੀ ਗੱਲਬਾਤ ਕਰਦੇ ਸਨ। ਹੁਣ ਕੀ ਇਹ ਮਾਫੀਆ ਦੇ ਉੱਤੇ ਠੱਲ ਪੈਗੀ? ਪੰਜਾਬ ਨੂੰ 30,000 ਕਰੋੜ ਰੁਪਏ ਦਾ ਕਰਜ਼ਾ ਕਿਉਂ ਲੈਣਾ ਪੈ ਗਿਆ? ਇਹ तमाम ਮੁੱਦਿਆਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਆਓ ਇਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਮਨ ਅਰੋੜਾ ਨੇ, ਉਹਨਾਂ ਦੇ ਨਾਲ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੀ ਮੌਜੂਦ ਸਨ। ਅੰਮ੍ਰਿਤਸਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਵਿਜ਼ਿਟ ਨੂੰ, ਇਸ ਮੀਟਿੰਗ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ। ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਡਿਪਾਰਟਮੈਂਟ ਹੈ ਜਿਹੜਾ ਸਾਡਾ ਸਕੋਪ, ਸਾਡਾ ਪਰਪਸ, ਮਕਸਦ ਕਿ ਇੱਕ ਪਲਾਨਡ ਡਿਵੈਲਪਮੈਂਟ ਹੈ ਜਿਹੜੀ ਉਹ ਦਿੱਤੀ ਜਾ ਸਕੇ। ਔਰ ਇਹਦੇ ਲਈ ਜਿੱਥੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ ਉੱਥੇ ਮੀਡੀਆ ਦੇ ਵੀ ਸਾਥੀਆਂ ਦੀ ਲੋੜ ਹੈ ਤਾਂ ਕਿ ਇੱਕ ਚੰਗਾ ਵਧੀਆ ਸੁਖਾਵਾਂ ਮਾਹੌਲ ਹੈ ਜਿਹੜਾ ਉਹ ਦੇ ਸਕੀਏ। ਔਰ ਆਉਣ ਵਾਲੇ ਸਮੇਂ ਦੇ G20 ਦੀ ਸਮਿਟ ਹੈ ਜਿਹੜੀ ਉਹ ਵੀ ਹੋਣੀ ਹੈ। ਹਰ ਰੋਜ਼ ਦੇ ਤਕਰੀਬਨ 1 ਲੱਖ ਦੇ ਕਰੀਬ ਸ਼ਰਧਾਲੂ ਇੱਥੇ ਆਉਂਦੇ। ਸੋ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਵਧੀਆ ਇਨਫਰਾਸਟ੍ਰਕਚਰ ਹੈ ਜਿਹੜਾ ਪਲਾਨਡ ਤਰੀਕੇ ਦੇ ਨਾਲ ਉਹ ਦਿੱਤਾ ਜਾ ਸਕੇ। ਇਹੀ ਸਾਰੇ ਡਿਸਕਸ਼ਨਸ, ਡੈਲੀਬਰੇਸ਼ਨ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਹਾਂ। ਬਾਕੀ ਤੁਹਾਡਾ ਕੋਈ ਕਿਸੇ ਤਰੀਕੇ ਸਵਾਲ? ਬਹੁਤ ਸਾਰੀਆਂ ਇਲੀਗਲ ਕਲੋਨੀਜ਼ ਹੈ ਜਿਨ੍ਹਾਂ ਨੇ ਪੁੱਡਾ ਤੋਂ ਅਪਰੂਵਲ ਤਾਂ ਲਈ ਹੈ ਪਰ ਪੁੱਡਾ ਨੂੰ ਫੀਸਿਸ ਨਹੀਂ ਜਮ੍ਹਾਂ ਕਰਾਈਆਂ, ਉਹਦੇ ਬਾਰੇ ਸਰਕਾਰ ਕੀ ਕਰ ਰਹੀ ਹੈ? ਦੇਖੋ, ਇਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪਹਿਲਾਂ ਦੀ ਸਰਕਾਰਾਂ ਦੀਆਂ ਗਲਤ ਪਾਲਿਸੀਜ਼ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਤਕਰੀਬਨ 14,000 ਇਲੀਗਲ ਕਲੋਨੀਜ਼ ਦਾ ਇੱਕ ਅਰਬਨ ਜੰਗਲ ਹੈ ਜਿਹੜਾ ਉਹ ਖੜਾ ਹੋ ਚੁੱਕਿਆ। ਔਰ ਪਿਛਲੇ ਦਿਨਾਂ 'ਚ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਇਹਦੇ ਉੱਪਰ ਅਸੀਂ ਸਖਤੀ ਵੀ ਕਾਫੀ ਕੀਤੀ ਹੈ ਕਿਉਂਕਿ ਉਹ ਕਰਨੀ ਬਣਦੀ ਸੀਗੀ। ਕਿਉਂਕਿ ਕਈ ਥਾਵਾਂ 'ਤੇ ਇਹੋ ਜਿਹੇ ਚਾਂਸਿਸ ਦੇਖੇ ਨੇ, ਇਹੋ ਜਿਹੇ ਇੰਸਟੈਂਸਿਸ ਆਏ ਨੇ ਧਿਆਨ ਦੇ ਵਿੱਚ ਵੀ ਜੇ ਕਿਤੇ ਅੱਗ ਲੱਗ ਜੇ ਤੇ ਫਾਇਰ ਬ੍ਰਿਗੇਡ ਵੀ ਨਹੀਂ ਪਹੁੰਚ ਸਕਦੀ ਹੈਗੀ। ਔਰ ਟਾਈਮ ਐਂਡ ਅਗੇਨ ਰੈਗੂਲਰਾਈਜੇਸ਼ਨ ਪਾਲਿਸੀ ਦੇ ਨਾਂ ਦੇ ਉੱਪਰ ਸਾਰੀਆਂ ਜਿਹੜੀਆਂ ਪਿਛਲੀਆਂ ਰੈਗੂਲਰਾਈਜੇਸ਼ਨ ਕੀਤੀਆਂ ਜਾਂਦੀਆਂ ਰਹੀਆਂ ਔਰ ਉਹਨੇ ਇਨਕਰੇਜ ਕੀਤਾ ਕਿ ਜਿਹੜੇ ਲੀਗਲ ਆਥੋਰਾਈਜ਼ਡ ਕਾਲੋਨੀਆਂ, ਅਪਰੂਵਡ ਕਾਲੋਨੀਆਂ ਕੱਟਣੀਆਂ ਸੀਗੀਆਂ ਉਹ ਡਿਸਕਰੇਜ ਹੋ ਗਏ ਔਰ ਇਲੀਗਲ ਕਾਲੋਨੀਆਂ ਕੱਟੀਆਂ ਜਾਂਦੀਆਂ ਨੇ 14,000 ਦੇ ਕਰੀਬ ਪਹੁੰਚ ਚੁੱਕੀਆਂ। ਉਹਦੇ ਉੱਪਰ ਅਸੀਂ ਅੱਜ ਵੀ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਕੇ ਹਟੇ ਕਿ ਕੋਈ ਵੀ ਇਲੀਗਲ ਕਾਲੋਨੀ ਹੈ ਜਿਹੜੀ ਉਹ ਕੱਟਣ ਨਹੀਂ ਦਿੱਤੀ ਜਾਊਗੀ। ਜੇ ਕੋਈ ਕੱਟਦਾ ਮੈਂ ਤੁਹਾਡੇ ਜ਼ਰੀਏ ਸਾਰਿਆਂ ਨੂੰ ਬੇਨਤੀ ਕਰਦਾ ਕਿ ਨਾ ਕੋਈ ਇਲੀਗਲ ਕਾਲੋਨੀ ਕੱਟੇ, ਨਾ ਕੋਈ ਇਲੀਗਲ ਕਾਲੋਨੀ ਦੇ ਵਿੱਚ ਪਲਾਟ ਜਾਂ ਮਕਾਨ ਲਵੇ। ਕਿਉਂਕਿ ਬਹੁਤ ਥਾਵਾਂ 'ਤੇ ਅਸੀਂ ਪਹਿਲਾਂ ਇਹ ਦੇਖਿਆ ਕਿ ਇਲੀਗਲ ਕਾਲੋਨੀ ਕੱਟੀ, ਸਿੱਧਾ ਜ਼ਿਮੀਂਦਾਰ ਤੋਂ ਪਲਾਟ ਓਨਰ ਨੂੰ ਰਜਿਸਟਰੀ ਕਰਾਈ ਤੇ ਬੰਦਾ ਆਪ ਬਾਹਰ ਨਿਕਲ ਜਾਂਦਾ ਸੀਗਾ। ਨਾ ਉੱਥੇ ਸੜਕ, ਨਾ ਉੱਥੇ ਲਾਈਟ ਇਨਫਰਾਸਟ੍ਰਕਚਰ, ਨਾ ਉੱਥੇ ਕੋਈ ਸੀਵਰੇਜ ਪਾਣੀ ਦਾ ਪ੍ਰਬੰਧ, ਲੋਕਾਂ ਨੂੰ ਮੁਸ਼ਕਲ ਆਉਂਦੀਆਂ ਸੀਗੀਆਂ। ਅਸੀਂ ਇਸੇ ਮਕਸਦ ਦੇ ਨਾਲ ਅਫੋਰਡੇਬਲ ਹਾਊਸਿੰਗ ਦੀ ਨਵੀਂ ਪਾਲਿਸੀ ਲੈ ਕੇ ਆਏ ਹਾਂ, ਡਿਵੈਲਪਰਸ ਦੀ ਸਲਾਹ ਦੇ ਨਾਲ ਲੈ ਕੇ ਆਏ ਹਾਂ। ਉਹਦੇ ਵਿੱਚ ਅਸੀਂ ਸੇਲੇਬਲ ਏਰੀਆ ਜਿਹੜਾ ਉਹ ਵੀ ਵਧਾ ਦਿੱਤਾ, ਜਿਹੜੇ EDC ਚਾਰਜਿਸ ਨੇ ਉਹ ਵੀ ਘਟਾ ਦਿੱਤੇ। ਸੋ ਪਲਾਨਡ ਤਰੀਕੇ ਦੇ ਨਾਲ ਜਿਹੜੀ ਅਗਲੀ ਡਿਵੈਲਪਮੈਂਟ ਹੈ ਉਹ ਹੋਣੀ ਹੈ। ਜੇ ਇਲੀਗਲ ਕਾਲੋਨੀਆਂ ਦਾ ਕੰਮ ਪਿਛਲੀਆਂ ਦਾ ਜਿਸ ਦਿਨ ਸਰਕਾਰ ਬਣੀ ਹੈ ਉਸ ਦਿਨ ਤੱਕ ਕੀ ਸੀਗਾ ਸਿਚੁਏਸ਼ਨ ਔਰ ਉਹਦਾ ਕਿਵੇਂ ਹੱਲ ਕਰਨਾ ਹੈ ਉਹਦੇ ਬਾਰੇ ਸਰਕਾਰ ਧਿਆਨ ਕਰ ਰਹੀ ਹੈ। ਉਹਦੇ ਬਾਰੇ ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ। ਭਗਵੰਤ ਮਾਨ ਜੀ ਖੁਦ ਆਪ ਉਹਦੇ ਵਾਸਤੇ ਬੜੇ ਫਿਕਰਮੰਦ ਨੇ। ਪਰ ਅੱਗੇ ਵਾਸਤੇ ਕੋਈ ਵੀ ਇਲੀਗਲ ਕਾਲੋਨੀ, ਇਲੀਗਲ ਸਟਰਕਚਰ ਹੈ ਜਿਹੜਾ ਅਸੀਂ ਅਲਾਉ ਨਹੀਂ ਕਰਾਂਗੇ। ਮੇਰਾ ਰਜਿਸਟਰੀਆਂ ਨੇ
ਕਿਸ ਤਰੀਕੇ ਨਾਲ ਹੋਣਗੀਆਂ ਜਿਹੜੀਆਂ ਪਿਛਲੇ ਦਿਨੀ ਤੁਸੀਂ ਆ ਸਰਕਾਰ ਸੌਰੀ ਕੀ ਕਹਿ ਰਹੇ ਹੋ ਰਜਿਸਟਰੀਆਂ ਜਿਹੜੀਆਂ ਸੀ ਸਰਕਾਰ ਬੰਦ ਹੋ ਗਈਆਂ ਸੀ ਇਨਲੀਗਲ ਕਲੋਨੀਜ਼ ਦੀਆਂ, ਉਹ ਦੁਬਾਰਾ ਸ਼ੁਰੂ ਹੋਣਗੀਆਂ ਨਹੀਂ ਹੋਣਗੀਆਂ ਵੀ, ਤੇ ਕਿਸ ਜਿਹੜੇ ਆ ਉਹਦਾ ਪੈਰਾਮੀਟਰਸ ਰਹਿਣਗੇ? ਦੇਖੋ ਇਸ ਤਰ੍ਹਾਂ ਕਿ ਇਹ ਜਿਹੜੀਆਂ ਰਜਿਸਟਰੀ ਤੁਸੀਂ ਗੱਲ ਕਰਦੇ ਹੋ, ਐਨਓਸੀਜ਼ ਲੈਣਾ ਪੈਂਦਾ ਸੀਗਾ ਰਜਿਸਟਰੀਆਂ ਕਰਾਉਣ ਦੇ ਲਈ। ਇਹਦਾ ਬੈਕਗ੍ਰਾਉਂਡ ਕੀ ਤੁਹਾਨੂੰ ਮੈਂ ਉਹ ਦੱਸਣਾ ਚਾਹੁੰਦਾ। ਹਾਈ ਕੋਰਟ ਦੇ ਵਿੱਚ ਇੱਕ ਕੇਸ ਹੋਇਆ ਜਿਸ ਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਇੱਕ ਪਾਸੇ ਪਾਪਰਾ ਐਕਟ ਹੈ ਔਰ ਦੂਜੇ ਪਾਸੇ ਹਰ ਦੂਜੇ ਤੀਜੇ ਸਾਲ ਪੰਜਾਬ ਸਰਕਾਰ ਰੈਗੂਲਰਾਈਜੇਸ਼ਨ ਪਾਲਿਸੀ ਲਿਆਉਂਦੀ ਹੈ ਤੇ ਰੈਗੂਲਰਾਈਜੇਸ਼ਨ ਪਾਲਿਸੀ ਦੇ ਨਾਂ ਦੇ ਉੱਪਰ ਪਾਪਰਾ ਐਕਟ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਨੇ ਵੀ ਜੇ ਤੁਸੀਂ ਉਹਨੂੰ ਫੋਲੋ ਹੀ ਨਹੀਂ ਕਰਨਾ, ਆਪਦੇ ਕਾਨੂੰਨ ਨੂੰ ਫੋਲੋ ਨਹੀਂ ਕਰਨਾ ਤੇ ਤੁਸੀਂ ਉਹਨੂੰ ਡਿਸਪੋਜ਼ ਆਫ ਕਰ ਦਿਓ। ਇਸ ਕਰਕੇ ਐਨਓਸੀ ਦੀ ਪ੍ਰੋਵੀਜ਼ਨ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ। ਹੁਣ ਤਕਰੀਬਨ 3.5 ਮਹੀਨੇ ਪਹਿਲਾਂ ਅਸੀਂ ਇੱਕ ਆਨਲਾਈਨ ਪੋਰਟਲ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਜਿਹਦੇ ਵਿੱਚ ਕੁਝ ਡਾਕੂਮੈਂਟੇਸ਼ਨ ਤੁਸੀਂ ਸਬਮਿਟ ਕਰੋ ਆਨਲਾਈਨ ਤੇ ਵਿਦਿਨ 15 ਡੇਜ਼ ਤੁਹਾਨੂੰ ਐਨਓਸੀ ਜਿਹੜਾ ਉਹ ਮਿਲ ਜਾਏਗਾ। ਤੁਸੀਂ ਉਹ ਐਨਓਸੀ ਦੇ ਨਾਲ ਆਪਦੀ ਰਜਿਸਟਰੀ ਜਿਹੜੀ ਉਹ ਕਰਵਾ ਸਕਦੇ ਹੋ। ਨੰਬਰ 1। ਨੰਬਰ 2, ਅਸੀਂ ਸਾਰੇ ਪੰਜਾਬ ਦੇ ਸਰਵੇ ਕੀਤਾ ਔਰ ਇਹ ਉਹਦਾ ਪਰਪਸ ਮਕਸਦ ਇਹ ਸੀਗਾ ਕਿ ਜਿਹੜੇ ਰਿਮੋਟ ਏਰੀਆਜ਼ ਨੇ, ਰਿਮੋਟ ਵਿਲੇजेस ਨੇ ਜਿੱਥੇ ਨਾ ਕਾਲੋਨੀ ਕਟੀ ਹੈ ਤੇ ਨਾ ਕਾਲੋਨਾਈਜੇਸ਼ਨ ਹੋਣ ਦਾ ਕੋਈ ਚਾਂਸ ਹੈ, ਉਹ ਅਸੀਂ ਔਨ ਗਰਾਊਂਡ ਵੈਰੀਫਾਈ ਕੀਤਾ ਤੇ 5773 ਪਿੰਡਾਂ ਨੂੰ ਅਸੀਂ ਐਗਜ਼ੈਂਪਟ ਕਰ ਦਿੱਤਾ ਇਹਦੇ ਵਿੱਚੋਂ। ਹੁਣ ਜਿਹੜਾ ਏਰੀਆ ਰਹਿ ਗਿਆ ਉਹ ਰਹਿ ਗਿਆ ਜਿਹੜੇ ਮਿਊਨਿਸਪਲ ਕਮੇਟੀਜ਼ ਦੇ ਅੰਦਰ ਆਉਂਦਾ, ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ, ਔਰ ਜਾਂ ਜਿਹੜੇ ਉਹਦੇ ਸਰਾਊਂਡਿੰਗ ਸਬਰਬਨ ਵਿਲੇजेस ਨੇ ਉਹਦੇ ਵਾਸਤੇ ਜਿਹਨੇ ਤਾਂ ਕੰਮ ਦਰੁਸਤ ਕੀਤਾ ਹੋਇਆ, ਸਹੀ ਕੀਤਾ ਹੋਇਆ, ਲੀਗਲ ਕਾਲੋਨੀ ਕੱਟੀ ਹੋਈ, ਸਾਰੀਆਂ ਪਰਮਿਸ਼ਨਸ ਉਹਦੇ ਕੋਲ ਹੈਗੀਆਂ, ਉਹਨੂੰ ਫਿਕਰ ਕਰਨ ਦੀ ਦਿੱਕਤ ਕੋਈ ਨਹੀਂ ਹੈ, ਫਿਕਰ ਕਰਨ ਦੀ ਲੋੜ ਕੋਈ ਨਹੀਂ ਹੈਗੀ। ਉਹ ਪਾਰਟਿਕੂਲਰ ਡਾਕੂਮੈਂਟਸ ਦੇ ਨਾਲ ਤੁਸੀਂ ਆਨਲਾਈਨ ਅਪਲਾਈ ਕਰੋ, ਕਾਲੋਨੀ ਵੀ ਕਰ ਸਕਦੀ ਹੈ ਔਰ ਇੱਕ ਇੰਡੀਵਿਜੂਅਲ ਪਲਾਟ ਹੋਲਡਰ ਵੀ ਕਰ ਸਕਦਾ। ਤੁਹਾਨੂੰ 15 ਦਿਨਾਂ ਵਿੱਚ ਐਨਓਸੀ ਮਿਲ ਜੂਗਾ, ਰਜਿਸਟਰੀ ਹੋ ਜੂਗੀ। ਸਿਰਫ ਔਰ ਸਿਰਫ ਇਸ਼ੂ ਜਿਹੜਾ ਬਚਦਾ ਉਹ ਉਹਨਾਂ ਦਾ ਬਚਦਾ ਜਿਨ੍ਹਾਂ ਨੇ ਇਲੀਗਲ ਕੱਟੀਆਂ ਹੋਈਆਂ ਨੇ, ਸਬਰਬਨ ਏਰੀਆਜ਼ ਦੇ ਵਿੱਚ, ਸ਼ਹਿਰ ਦੀ ਮਿਊਨਿਸਪਲ ਕਮੇਟੀ ਦੀ ਹੱਦ ਦੇ ਵਿੱਚ ਆ ਗਏ, ਉਹਨਾਂ ਦਾ ਇਸ਼ੂ ਹੈ ਜਿਹਦੇ ਬਾਰੇ ਸਰਕਾਰ ਭਗਵੰਤ ਮਾਨ ਜੀ ਖੁਦ ਆਪ ਅਸੀਂ ਸਾਰੇ ਲੱਗੇ ਹੋਏ ਤੇ ਹੋ ਸਕਦਾ ਬੜੀ ਜਲਦੀ ਹੀ ਉਹਦੇ ਬਾਰੇ ਵੀ ਕੋਈ ਨਾ ਕੋਈ ਇੱਕ ਡਿਸੀਜਨ ਹੈ ਜਿਹੜਾ ਲਈਏ ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ। ਵਟ ਅਬਾਊਟ ਦੋਜ਼ ਪੀਪਲਸ ਜਿਨ੍ਹਾਂ ਨੇ 25% ਪੈਸੇ ਤਾਂ ਜਮ੍ਹਾਂ ਕਰਾਏ ਕਲੋਨੀ ਅਪਰੂਵ ਕਰਨ ਵਾਸਤੇ, ਪਲਾਟ ਵੇਚੇ ਤੇ ਚਲੇ ਗਏ? ਉਹ ਬਹੁਤ ਛੋਟਾ ਬੰਦੇ ਤਾਂ ਹੈ ਨਹੀਂ, ਵੱਡੇ ਲੋਕ ਹੈ ਜਿਨ੍ਹਾਂ ਨੇ ਵੀ ਕਲੋਨੀਆਂ ਕੱਟੀਆਂ। ਉਹਨਾਂ ਤੋਂ ਜਿਹੜੀ ਫੀਸ ਦੀ ਵਸੂਲੀ ਲਈ ਸਰਕਾਰ ਕੋਈ ਪਲਾਨਿੰਗ ਬਣਾ ਰਹੀ ਹੈ ਜਿਵੇਂ ਤੁਸੀਂ ਦੱਸਿਆ? That is what I am saying. We are not going to exempt anybody whether he is big or small. No. How much time it will take? Listen, it is already under process. Anybody who tries to play with the law, he will not be allowed. Today only in the meeting of developers, I told my officers very clearly that anybody who tries to run away from the law or don't want to deposit money to the authority or want to fleece the people, he should not be allowed. ਪੰਜਾਬ ਧਰਨਿਆਂ ਦਾ ਪੰਜਾਬ ਬਣ ਕੇ ਰਹਿ ਗਿਆ। ਬਹੁਤ ਸਾਰੇ ਧਰਨੇ ਲੱਗ ਰਹੇ। ਦੇਖੋ ਜੀਰਾ ਫੈਕਟਰੀ ਦੇ ਬਾਅਦ ਧਰਨਾ ਹੈ, ਬਰਗਾੜੀ ਕਾਂਡ ਨੂੰ ਲੈ ਕੇ ਧਰਨਾ ਹੈ, ਅੱਜ ਸ਼ੰਭੂ ਬੈਰੀਅਰ ਤੇ ਧਰਨਾ ਸੀ, ਉੱਥੇ ਸ਼ਾਇਦ ਮੀਟਿੰਗ ਹੋ ਗਈ। ਮਤਲਬ ਹੁਣ ਸਾਂਝਾ ਮੋਰਚਾ ਜਿਹੜਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ 7 ਤਰੀਕ ਨੂੰ। ਪਰ ਤੁਹਾਨੂੰ ਲੱਗਦਾ ਵੀ ਸਰਕਾਰ ਤੇ ਜਿਹੜੇ ਆਫੀਸਰਸ ਨੇ ਕਿਤੇ ਨਾ ਕਿਤੇ ਲੈਪਸਿਸ ਹੈ, ਕਿਉਂਕਿ ਜ਼ਿਲ੍ਹੇ ਦਾ ਜਿਹੜਾ ਮਸਲਾ ਸੀ ਉਹ ਇੰਨਾ ਗੰਭੀਰ ਨਹੀਂ ਸੀ ਜਿੰਨਾ ਗੰਭੀਰ ਕਰ ਲਿੱਤਾ ਗਿਆ? ਦੇਖੋ ਇਸ ਤਰ੍ਹਾਂ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਧਰਨਾ ਲਾਉਣ ਦੀ ਹਰੇਕ ਬੰਦੇ ਨੂੰ ਇਜਾਜ਼ਤ ਹੁੰਦੀ ਹੈ। ਸਾਡੀ ਪਾਰਟੀ ਵੀ ਧਰਨਿਆਂ ਦੇ ਵਿੱਚੋਂ ਇੱਕ ਪ੍ਰੋਟੈਸਟ ਦੇ ਵਿੱਚੋਂ ਹੀ ਨਿਕਲ ਕੇ ਆਈ ਹੈ। ਬਟ ਪ੍ਰੋਟੈਸਟ ਕਰਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਸਰਕਾਰਾਂ ਸੁਣਵਾਈ ਨਾ ਕਰਦੀਆਂ। ਹੁਣ ਪਿਛਲੇ 8-9 ਮਹੀਨੇ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਕੋਈ ਇਸ਼ੂ ਹੁੰਦਾ ਹੈ, ਇੱਕ ਛੋਟੀ ਤੋਂ ਛੋਟੀ ਜਥੇਬੰਦੀ ਵੀ ਦੇ 4 ਬੰਦੇ ਵੀ ਮਿਲਣਾ ਚਾਹੁੰਦੇ ਨੇ ਤੇ ਭਗਵੰਤ ਮਾਨ ਜੀ ਤੋਂ ਅਪਾਇੰਟਮੈਂਟ ਹੈ ਜਿਹੜੀ ਉਹ ਮਿਲ ਜਾਂਦੀ ਹੈ। ਔਰ ਪਿਛਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਅਕ੍ਰੋਸ ਆਲ ਸੈਕਸ਼ਨਸ ਉਹਨਾਂ ਨੂੰ ਹੀਅਰਿੰਗ ਹੈ ਜਿਹੜੀ ਉਹ ਮਿਲਦੀ ਰਹੀ ਹੈ। ਬਹੁਤ ਕਿਸਾਨ ਵੀਰਾਂ ਦੇ ਮਸਲੇ ਵੀ ਹੱਲ ਹੋਏ ਨੇ, ਬਹੁਤ ਜਿਹੜੇ ਨਵੀਆਂ ਭਰਤੀਆਂ ਸੀ ਉਹਨਾਂ ਦੇ ਮਸਲੇ ਵੀ ਹੱਲ ਹੋਏ ਨੇ, ਬਹੁਤ ਰੈਗੂਲਰਾਈਜੇਸ਼ਨ ਵਾਲੇ ਵੀ ਹੱਲ ਹੋਏ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਸੁਣਵਾਈ ਨਾ ਹੁੰਦੀ ਹੋਵੇ ਉੱਥੇ ਦਾ ਧਰਨਾ ਜਾਇਜ਼ ਹੈ, ਜਿੱਥੇ ਸੁਣਵਾਈ ਹੁੰਦੀ ਹੋਵੇ ਤੇ ਫਿਰ ਵੀ ਉਸ ਤੋਂ ਬਾਅਦ ਵੀ ਧਰਨੇ ਲੱਗਣ ਤੇ ਇਹ ਅਨਜਸਟੀਫਾਈਡ ਹੈ, ਉਹ ਅਨਕਾਲਡ ਫॉर ਹੈ। ਤੁਸੀਂ ਗੱਲ ਕੀਤੀ ਜ਼ੀਰੇ ਦੀ, ਮੈਂ ਅੱਜ ਤੱਕ ਕਦੇ ਗੱਲ ਗੋਲ ਨਹੀਂ ਕੀਤੀ ਹੈਗੀ। ਜਿਹੜੇ ਉੱਥੇ ਧਰਨੇ ਤੇ ਬੈਠੇ ਨੇ ਸਾਰੇ ਦੇ ਸਾਰੇ ਸਾਡੇ ਸਰਕਾਰ ਦੇ ਸਤਿਕਾਰਯੋਗ ਨੇ, ਅਸੀਂ ਸਾਰਿਆਂ ਦੇ ਸੈਂਟੀਮੈਂਟਸ ਦਾ ਸਤਿਕਾਰ ਕਰਦੇ ਹਾਂ। ਜੇ ਉੱਥੇ ਕੋਈ ਹੈਲਥ ਹੈਜ਼ਰਡਸ ਹੈਗੇ ਬਿਕੋਜ਼ ਆਫ ਕੰਟੈਮੀਨੇਸ਼ਨ ਆਫ ਵਾਟਰ, ਬਿਕੋਜ਼ ਆਫ ਪੋਲਿਊਸ਼ਨ, ਸਰਕਾਰ ਉਨੀ ਹੀ ਫਿਕਰਮੰਦ ਹੈ ਜਿੰਨੇ ਉਹ ਫਿਕਰਮੰਦ ਨੇ। ਪਰ ਬਾਏ ਦਾ ਐਂਡ ਆਫ ਦਾ ਡੇ ਆਪਾਂ ਕਿਤੇ ਨਾ ਕਿਤੇ ਆਪਾਂ ਨੂੰ ਫੈਕਟਸ ਦੇ ਆਧਾਰ ਦੇ ਉੱਪਰ, ਤੱਥਾਂ ਦੇ ਆਧਾਰ ਦੇ ਉੱਪਰ ਗੱਲ ਕਰਨੀ ਪੈਣੀ ਹੈ। ਉੱਥੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦਾ ਕਿ ਉਸ ਐਥਨੋਲ ਪਲਾਂਟ ਦੀ ਵਜ੍ਹਾ ਕਰਕੇ ਇਹ ਕੰਟੈਮੀਨੇਸ਼ਨ ਨਹੀਂ ਹੈਗੀ, ਇਹਦੇ ਕੋਈ ਰੀਜ਼ਨਸ ਹੋਰ ਨੇ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਹੈ ਜਿਹੜੀ ਦੇ ਦਿੱਤੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਉਹਨਾਂ ਨੂੰ ਕਲੀਨ ਚਿੱਟ ਹੈ ਜਿਹੜੀ ਉਹ ਦਿੱਤੀ।
ਜਿੰਨੀਆਂ ਫੈਕਟ ਫਾਈਂਡਿੰਗ ਟੀਮਸ ਨੇ ਉਹ ਬਾਰ-ਬਾਰ ਸਰਕਾਰ ਨੇ ਬਣਾਈਆਂ ਨੇ। ਬਾਰ-ਬਾਰ ਅੱਜ ਖਬਰ ਆਉਂਦੀ ਹੈ ਕਿ ਅੱਜ ਸ਼ਾਮਲ ਹੋ ਰਹੇ ਨੇ, ਕੱਲ ਨੂੰ ਖਬਰ ਆਉਂਦੀ ਹੈ ਕਿ ਉਹ ਸਾਡੇ ਸਾਥੀ ਨੇ ਜਿਹੜੇ ਉਹਦੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਹੈਗੇ। ਪਿਛਲੇ 5 ਮਹੀਨਿਆਂ ਦੇ ਵਿੱਚ ਮੈਨੂੰ ਇਹ ਸਮਝਾਓ ਤੁਸੀਂ ਕਿ ਫੈਕਟਰੀ ਦਾ ਕੀ ਗਿਆ। ਪਹਿਲਾਂ ਹਾਈ ਕੋਰਟ ਨੇ 5 ਕਰੋੜ ਰੁਪਇਆ ਜੁਰਮਾਨਾ ਫੈਕਟਰੀ ਵਾਲਿਆਂ ਦੇ ਕੇਸ ਦੇ ਉੱਪਰ ਪੰਜਾਬ ਸਰਕਾਰ ਦੇ ਉੱਪਰ ਠੋਕਤਾ, ਫਿਰ 15 ਕਰੋੜ ਫੇਰ ਠੋਕਤਾ, ਹੁਣ 20 ਕਰੋੜ ਦਾ ਜੁਰਮਾਨਾ। ਫੈਕਟਰੀ ਬੰਦ ਪਈ ਹੈ, 20 ਕਰੋੜ ਉਹਨਾਂ ਨੂੰ ਤਾਂ ਸਰਕਾਰ ਨੇ ਦੇਤਾ। ਸਰਕਾਰ ਭਾਈ ਸਾਹਿਬ ਕਿਹਦੀ ਹੈ? ਸਰਕਾਰ ਪੰਜਾਬ ਦੇ ਲੋਕਾਂ ਦੀ ਹੈ। ਸਾਡੇ ਕੋਲ ਕੋਈ ਇਹੋ ਜਿਹੀ ਮਨੀ ਮਿੰਟਿੰਗ ਨੋਟ ਛਾਪਣ ਵਾਲੀ ਮਸ਼ੀਨ ਨਹੀਂ ਹੈਗੀ ਕਿ ਅਸੀਂ 20 ਕਰੋੜ ਰੁਪਈਆ ਜਿਹੜਾ ਫੈਕਟਰੀ ਨੂੰ ਦੇਤਾ ਤੇ ਉਹਦੇ ਨਾਲ ਖਜ਼ਾਨਾ ਭਰ ਲਈਏ ਮੁੜ ਕੇ ਦੁਬਾਰਾ। ਉਹ ਪੰਜਾਬ ਦੇ ਲੋਕਾਂ ਦੇ ਸਿਰ ਹੀ ਬੋਝ ਪੈ ਰਿਹਾ ਹੈ। ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਕੋਈ ਤੁਹਾਡਾ ਇਸ਼ੂ ਹੈ, ਕਿਸੇ ਵਰਗ ਦਾ ਇਸ਼ੂ ਹੈ ਤੇ ਸਰਕਾਰ ਸੁਣਨ ਨੂੰ ਉਹਨੂੰ ਹੱਲ ਕਰਨ ਦੇ ਲਈ ਤਿਆਰ ਹੈ। ਪਰ ਜੇ ਆਪਣਾ ਐਟੀਟਿਊਡ ਰਵੱਈਆ ਇਹ ਹੋਊਗਾ ਕਿ ਮੈਂ ਨਾ ਮੰਨੂ ਤੇ ਫਿਰ ਤਾਂ ਕੰਮ ਨਹੀਂ ਨਾ ਚੱਲਣਾ। ਉੱਥੇ ਧਰਨੇ ਦਾ ਮਕਸਦ ਕੀ ਸਮਝਦੇ ਹੋ ਤੁਸੀਂ? ਉਹਦਾ ਧਰਨੇ ਦਾ ਮਕਸਦ ਕੀ? ਧਰਨੇ ਦਾ ਮਕਸਦ ਤਾਂ ਦੇਖੋ ਉਹੀ ਬਿਹਤਰ ਦੱਸ ਸਕਦੇ ਨੇ, ਪਰ ਹਾਂ ਡੈਫੀਨੇਟਲੀ ਮੈਂ ਇਹਨਾਂ ਮੇਰੀ ਸੁਣ ਤਾਂ ਲਓ ਨਾ ਜੀ। ਮੈਂ ਸਵਾਲ ਨੂੰ ਨਹੀਂ ਟੋਕਦਾ, ਤੁਸੀਂ ਜਵਾਬ ਨੂੰ ਟੋਕਿਆ ਕਰੋ। ਮੈਂ ਧਰਨੇ ਦਾ ਮਕਸਦ ਤਾਂ ਉਹ ਦੱਸਣਗੇ ਮੇਰੇ ਵੀਰ। ਜੋ ਮੈਨੂੰ ਸਮਝ ਆਉਂਦੀ ਹੈ ਉਹਨਾਂ ਦਾ ਇਸ਼ੂ ਹੈ ਕਿ ਉੱਥੇ ਅੰਡਰਗਰਾਉਂਡ ਵਾਟਰ ਕੰਟੈਮੀਨੇਟ ਹੋ ਰਿਹਾ ਹੈ। ਹੁਣ ਉਹ ਅੰਡਰਗਰਾਉਂਡ ਵਾਟਰ ਦੀ ਕੰਟੈਮੀਨੇਸ਼ਨ ਹੈ ਜਿਹੜੀ ਉਹ ਉਸ ਪਲਾਂਟ ਕਰਕੇ ਹੋ ਰਹੀ ਹੈ ਜਾਂ ਕਿਸੇ ਹੋਰ ਰੀਜ਼ਨ ਕਰਕੇ ਹੋ ਰਹੀ ਹੈ। ਇਹ ਤਾਂ ਕੋਈ ਐਕਸਪਰਟ ਜਿਹੜਾ ਹੈਗਾ ਇਸ ਫੀਲਡ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਜਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤਾਂ ਉਹੀ ਦੱਸੇਗਾ ਨਾ ਜੀ। ਫਿਰ ਵੀ ਮੈਂ ਇਹ ਗੱਲ ਕਹਿਣਾ ਕਿ ਭਗਵੰਤ ਮਾਨ ਜੀ ਤੋਂ ਲੈ ਕੇ ਉਹਨਾਂ ਦੇ ਸਾਰੀ ਦੀ ਸਾਰੀ ਟੀਮ ਅਸੀਂ ਬੜੇ ਫਿਕਰਮੰਦ ਆ। ਸਿਰਫ ਔਰ ਸਿਰਫ ਜ਼ੀਰੇ ਦੇ ਉਹਨਾਂ ਮਨਸੂਰ ਵਾਲੇ ਦੇ 45 ਜਾਂ 50 ਪਿੰਡਾਂ ਵਾਸਤੇ ਨਹੀਂ, ਅਸੀਂ ਸਾਰੇ ਪੰਜਾਬ ਦੇ ਲਈ ਫਿਕਰਮੰਦ ਆ ਕਿ ਜੇ ਕੰਟੈਮੀਨੇਸ਼ਨ ਕਿਤੇ ਹੋ ਰਹੀ ਹੈ, ਪੋਲਿਊਸ਼ਨ ਹੋ ਰਹੀ ਹੈ, ਉਹਦੇ ਵਾਸਤੇ ਪੁਖਤਾ ਕਦਮ ਨੇ ਜਿਹੜੇ ਉਹ ਚੱਕੇ ਜਾ ਰਹੇ ਨੇ। ਪਰ ਇਹਦੇ ਲਈ ਇੱਕ ਹੱਲ ਆਪਾਂ ਨੂੰ ਇਹੋ ਜਿਹਾ ਲੱਭਣਾ ਪੈਣਾ ਕਿ ਤੁਸੀਂ ਕਿਸੇ ਵੀ ਇਨਵੈਸਟੀਗੇਸ਼ਨ ਏਜੰਸੀ ਨੂੰ ਆਪਾਂ ਕਹਿ ਦਈਏ ਕਿ ਹਾਂ ਆਪਾਂ ਇਹਦੀ ਰਿਪੋਰਟ ਹੈ ਜਿਹੜੀ ਮੰਨ ਲਾਂਗੇ, ਕੋਈ ਫੈਕਟ ਫਾਈਂਡਿੰਗ ਕਮੇਟੀ ਬਣ ਜੇ, ਕੁਛ ਤਾਂ ਬਣੇ ਨਾ। ਪਰ ਸਿਰਫ ਔਰ ਸਿਰਫ ਆਪਾਂ ਕਹੀਏ ਵੀ ਇਹ ਬੰਦ ਤੋਂ ਇਲਾਵਾ ਸਾਨੂੰ ਕੁਝ ਮਨਜ਼ੂਰ ਨਹੀਂ ਹੈਗਾ। ਐ ਭਾਈ ਸਾਹਿਬ ਡੈਮੋਕ੍ਰੇਸੀ ਦੇ ਵਿੱਚ ਕਹਿਣ ਦਾ ਹੱਕ ਹੁੰਦਾ, ਪਰ ਇਹ ਹੱਕ ਨਹੀਂ ਹੁੰਦਾ ਕਿ ਵੀ ਕਿਸੇ ਦੀ ਸੁਣਨੀ ਨਹੀਂ। ਅਮਨ ਜੀ ਤੁਹਾਨੂੰ ਕੀ ਲੱਗਦਾ ਸਿਚੁਏਸ਼ਨ ਪੈਦਾ ਕਿਉਂ ਹੋਈ? ਦੇਖੋ ਨਾ ਜੀ, ਉਹ ਪਹਿਲੇ ਤੇ ਕਹਿੰਦੇ ਸੀ ਵੀ ਅਸੀਂ ਪਾਰਟ ਆਫ ਬਣਾਂਗੇ, ਕਮੇਟੀਆਂ ਵਾਲੇ ਵੀ ਸਹਿਮਤ ਹੋ ਗਏ ਸੀਗੇ। ਸਿਚੁਏਸ਼ਨ ਕਿੱਥੇ ਫਸੀ ਹੈ ਵੀ ਕੀ ਤੁਹਾਨੂੰ ਕੀ ਲੱਗਦਾ ਹੈ? ਦੇਖੋ ਇਸ ਤਰ੍ਹਾਂ ਕਿ ਇਹਨੂੰ ਸੀਐਮ ਸਾਹਿਬ ਖੁਦ ਆਪ ਮੋਨੀਟਰ ਕਰ ਰਹੇ ਨੇ। ਸਾਡੇ ਮਾਨਯੋਗ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਵੀ ਉੱਥੇ 3-4 ਜਗ੍ਹਾ ਜਾ ਕੇ ਆਏ ਨੇ। ਸਾਡੇ ਜਿਹੜੇ ਪੋਲਿਊਸ਼ਨ ਜਿਹੜੇ এনवायरमेंट ਮਿਨਿਸਟਰ ਨੇ ਮੀਥੇਅਰ ਜੀ, ਉਹ ਵੀ ਬੜੇ ਰੈਗੂਲਰਲੀ ਡਾਇਲੌਗ ਦੇ ਵਿੱਚ ਨੇ। ਮੇਰਾ ਡਾਇਰੈਕਟ ਉਹਨਾਂ ਨਾਲ ਕੋਈ ਰਾਬਤਾ ਨਹੀਂ ਹੋਇਆ, ਪਰ ਮੈਂ ਇੱਕ ਬੜੀ ਜਰਨਲ ਗੱਲ ਕੀਤੀ ਹੈ। ਔਰ ਜਰਨਲ ਗੱਲ ਇਹ ਕੀਤੀ ਹੈ ਕਿ ਮਸਲਾ ਚਾਹੇ ਜਿੰਨਾ ਮਰਜ਼ੀ ਵੱਡਾ ਹੋਵੇ, ਉਹ ਡਾਇਲੌਗ ਦੇ ਥਰੂ ਨਿਕਲ ਆਉਂਦਾ। ਹੁਣ ਨਾ ਜੇ ਆਪਾਂ ਡਾਇਲੌਗ ਕਰਾਂਗੇ, ਨਾ ਆਪਾਂ ਕਿਸੇ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕਰਾਂਗੇ, ਨਾ ਆਪਾਂ ਕਿਸੇ ਫੈਕਟ ਫਾਈਂਡਿੰਗ ਕਮੇਟੀ ਦਾ ਆਪਾਂ ਹਿੱਸਾ ਬਣਾਂਗੇ, ਤੇ ਉਹ ਮਸਲੇ ਦਾ ਹੱਲ ਕਿਵੇਂ ਹੋਊਗਾ? ਨਹੀਂ ਅਮਨ ਜੀ ਦੇਖੋ ਨਾ, ਜੀ ਸੁਮਿਟ ਹੋਣ ਜਾ ਰਿਹਾ। ਮਾਨ ਸਾਹਿਬ ਜਾਂਦੇ ਆ ਬਾਹਰ ਚੇਨਈ ਤੇ ਹੈਦਰਾਬਾਦ, ਉੱਥੋਂ ਨਿਵੇਸ਼ਕਾਂ ਨੂੰ ਇੰਡਸਟਰੀਜ਼ ਨੂੰ ਕਹਿੰਦੇ ਤੁਸੀਂ ਆਓ। ਪਰ ਜਦੋਂ ਇੱਥੇ ਦਾ ਮਾਹੌਲ ਇੱਕ ਕ੍ਰੀਏਟ ਕੀਤਾ ਜਾਂਦਾ ਵੀ ਥਾਂ ਧਰਨੇ ਲੱਗੇ ਆ, ਚੰਡੀਗੜ੍ਹ ਧਰਨਾ, ਹਾਈਵੇ ਤੇ ਧਰਨਾ, ਇੱਥੇ ਧਰਨਾ, ਫਿਰ ਇੱਕ ਜਿਹੜੀ ਹੈ ਨਾ ਇੱਕ ਅਜੀਬ ਜੀ ਸਰਕਾਰ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ। ਦੇਖੋ ਸਰਕਾਰ ਨੂੰ ਇਸ ਸਿਚੁਏਸ਼ਨ ਚੋਂ ਬਾਹਰ ਨਿਕਲਣ ਵਾਸਤੇ ਕਿਉਂਕਿ ਅਸੀਂ ਇਸੇ ਗੱਲ ਨੂੰ ਜੋ ਤੁਸੀਂ ਕਹਿ ਰਹੇ ਹੋ, ਅਸੀਂ ਖੁਦ ਆਪ ਅਸੀਂ ਇਕੱਲੇ ਇਹ ਨਹੀਂ ਕਿ ਅਸੀਂ ਸਰਕਾਰ ਦੇ ਵਿੱਚ ਸਾਡੀ ਫਿਕਰਮੰਦੀ ਹੋ ਰਹੀ ਹੈ, ਪੰਜਾਬ ਦੇ 3 ਕਰੋੜ ਲੋਕਾਂ ਦੀ ਫਿਕਰਮੰਦੀ ਹੋਣੀ ਚਾਹੀਦੀ ਹੈ ਕਿ ਜਦੋਂ ਤੱਕ ਇੰਡਸਟਰੀ ਨਹੀਂ ਆਊਗੀ, ਜਦੋਂ ਤੱਕ ਇਨਵੈਸਟਮੈਂਟ ਪੰਜਾਬ ਦੇ ਵਿੱਚ ਨਹੀਂ ਆਊਗੀ, ਉਦੋਂ ਤੱਕ ਆਪਾਂ ਕਿਵੇਂ ਅੱਗੇ ਵਧਾਂਗੇ। ਹੁਣ ਜੇ ਇਸ ਤਰੀਕੇ ਦਾ ਮਾਹੌਲ ਰਿਹਾ ਤੇ ਡੈਫੀਨੇਟਲੀ ਇੰਡਸਟਰੀ ਸੈਂਟੀਮੈਂਟ ਹੈ ਜਿਹੜਾ ਉਹ ਡੈਫੀਨੇਟਲੀ ਹਿੱਟ ਹੁੰਦਾ। ਔਰ ਇੰਡਸਟਰੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਤੁਸੀਂ ਜੋ ਪੰਜਾਬ ਦੀ ਇਕਨੋਮੀ ਉਹਨੂੰ ਟਰੈਕ ਦੇ ਉੱਪਰ ਚੜਾ ਸਕਦੇ ਹੋ। ਇੰਡਸਟਰੀ ਦੇ ਨਾਲ ਹੀ ਐਮਪਲੋਇਮੈਂਟ ਜਨਰੇਸ਼ਨ ਹੋਣੀ ਹੈ। ਕਿਸਾਨੀ ਨੋ ਡਾਊਟ ਪੰਜਾਬ ਐਗਰੀਰੀਅਨ ਸਟੇਟ ਹੈ, ਪਰ ਅੱਜ ਦੀ ਡੇਟ ਦੇ ਵਿੱਚ ਲੈਟਸ ਬੀ ਵੈਰੀ ਕਲੀਅਰ, ਅੱਜ ਮਹਿਜ਼ 16% GSDP ਕ੍ਰੀਏਟ ਕਰਦੀ ਹੈ ਕਿਸਾਨੀ, ਔਰ ਡਿਪੈਂਡੈਂਸ 70% ਲੋਕਾਂ ਦੀ ਪੰਜਾਬੀਆਂ ਦੀ ਉਹਦੇ ਉੱਪਰ। ਉਹਨੂੰ ਜਦੋਂ ਤੱਕ ਆਪਾਂ ਡਾਇਵਰਸੀਫਾਈ ਨਹੀਂ ਕਰਾਂਗੇ, ਡਾਇਵਰਸੀਫਿਕੇਸ਼ਨ ਦੇ ਨਾਲ ਉਹਦੀ ਇੰਡਸਟਰੀਲਾਈਜੇਸ਼ਨ ਫਰਦਰ ਨਹੀਂ ਹੋਊਗੀ, ਉਦੋਂ ਤੱਕ ਨਹੀਂ ਅੱਗੇ ਵਧਿਆ ਜਾਣਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇੱਕ ਆਮ, ਜੇ ਆਪਾਂ ਕਿਸਾਨ ਵੀਰਾਂ ਦੀ ਗੱਲ ਕਰ ਲਈਏ ਤੇ ਆਮ ਕਿਸਾਨ ਵੀਰ ਦੇ, ਜੇ ਤੁਸੀਂ ਪਿਛਲੇ ਸਰਕਾਰਾਂ ਦੀ ਗੱਲ ਕਰ ਰਹੇ 2002 ਤੋਂ 7 ਤੱਕ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀਗੀ, ਉਹ ਇਸੇ ਗੱਲ ਤੇ ਇਲੈਕਸ਼ਨ ਲੜ ਜਾਂਦੇ ਸੀਗੇ ਕਿ ਜੇ ਅਸੀਂ 8 ਘੰਟੇ ਬਿਜਲੀ ਦਿੱਤੀ। ਉਹ ਇਸੇ ਗੱਲ ਤੇ ਇਲੈਕਸ਼ਨ ਲੜ ਜਾਂਦੇ ਸੀਗੇ ਕਿ ਜੇ ਅਸੀਂ 24 ਘੰਟੇ 'ਚ ਫਸਲ ਚੱਕ ਲਈ। ਹਜੇ ਤੱਕ ਜਿੰਨੀਆਂ ਫਸਲਾਂ ਚੱਕੀਆਂ ਗਈਆਂ ਨੇ, ਉਹ ਫਸਲ ਆਉਂਦੀ ਮਗਰੋਂ, ਝੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਫਸਲ ਆਉਂਦੀ ਮਗਰੋਂ ਸੀਗੀ। ਚੱਕੀ ਪਹਿਲਾਂ ਜਾਂਦੀ ਸੀ, ਅਗਲੇ ਦਿਨ ਪੇਮੈਂਟ ਪੈ ਜਾਂਦੀ ਸੀਗੀ। ਝੋਨੇ ਦੇ ਸੀਜ਼ਨ ਦੇ ਵਿੱਚ ਜਦੋਂ ਸਰਕਾਰ ਵਿਰੋਧੀ ਕਹਿੰਦੇ ਸੀਗੇ ਕਿ ਇਹਨਾਂ ਤੋਂ ਬਿਜਲੀ ਦਿੱਤੀ ਜਾਣੀ, ਆ ਬੈਠੇ ਨੇ ਬਿਜਲੀ ਮੰਤਰੀ ਸਾਹਿਬ
ਮਾਨ ਸਾਹਿਬ ਦੀ ਅਗਵਾਈ ਤੇ ਇਹਨਾਂ ਦੀ ਅਗਵਾਈ ਦੇ ਵਿੱਚ 18 24 ਘੰਟੇ ਤੱਕ ਪਿੰਡਾਂ ਦੇ ਵਿੱਚ ਬਿਜਲੀ ਮਿਲੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਬਾਕੀ ਜੇ ਆਪਾਂ ਗੱਲ ਕਰ ਲਈਏ ਗੰਨੇ ਦਾ ਸਭ ਤੋਂ ਘੱਟ ਰੇਟ ਹੁੰਦਾ ਸੀਗਾ, ਜਿਹੜੀ ਅਸ਼ੋਰਡ ਪ੍ਰਾਈਸ ਸੀਗੀ ਉਹ ਅੱਜ ਦੀ ਡੇਟ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਵੱਧ ਹੈ। ਮੂੰਗੀ ਦੇ ਉੱਪਰ ਅਸੀਂ ਜਿਹੜੀ MSP ਹੈ ਉਹ ਦਿੱਤੀ। ਸੋ DSR ਵਾਸਤੇ 1500 ਰੁਪਏ ਪਰ ਏਕੜ। ਸੋ ਬਹੁਤ ਇਨੀਸ਼ੀਏਟਿਵਸ ਨੇ ਜਿਹੜੇ ਉਹ ਸਰਕਾਰ ਵੱਲੋਂ ਚੱਲ ਰਹੇ ਨੇ। ਹੁਣ ਇੱਕ ਪੋਜ਼ਿਟਿਵ ਕੰਸਟਰਕਟਿਵ ਮਾਹੌਲ ਪੈਦਾ ਕਰਨ ਦੀ ਲੋੜ ਹੈ ਤੇ ਉਹਦੇ ਲਈ ਮੈਂ ਸਮਝਦਾ ਕਿ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਪੰਜਾਬ ਦੀ ਇੰਡਸਟਰੀ ਜਿਹੜੀ ਆ ਉੱਤਰ ਪ੍ਰਦੇਸ਼ ਜਾਣ ਵਾਸਤੇ ਉੱਥੇ ਦੇ CM ਮੀਟਿੰਗਾਂ ਕਰਦੇ ਨੇ, ਉਧਰ ਮੂਵ ਹੋ ਰਹੀ ਆ। ਇਹਦੇ ਬਾਰੇ ਸਰਕਾਰ ਕਹਿੰਦੀ ਅਸੀਂ ਬਾਹਰੋਂ ਲੈ ਕੇ ਆ ਰਹੇ, ਪਰ ਇੱਥੋਂ ਵਾਲੀ ਤਾਂ ਬਾਹਰ ਜਾ ਰਹੀ। ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਇਸ ਤਰ੍ਹਾਂ ਕਿ ਇਹਦੇ ਵਾਸਤੇ ਹਜੇ ਕੋਈ ਅਖਬਾਰ ਦੇ ਵਿੱਚ ਇੱਕ ਦਿਨ ਖਬਰ ਜ਼ਰੂਰ ਪੜੀ ਸੀ ਕਿ ਕੋਈ ਇੱਥੋਂ ਦੇ ਇੰਡਸਟਰੀ ਜਾ ਕੇ ਉੱਥੇ ਮਿਲੇ ਨੇ, ਪਰ ਇਹਦੇ ਬਾਰੇ ਸਰਕਾਰ ਦੇ ਧਿਆਨ ਦੇ ਵਿੱਚ ਹਜੇ ਕੋਈ ਐਗਜ਼ੈਕਟ ਰਿਕਾਰਡ ਜਾਂ ਫਿਗਰ ਜਾਂ ਕੋਈ ਕਨਫਰਮਡ ਰਿਪੋਰਟ ਸਾਡੇ ਕੋਲ ਆਈ ਨਹੀਂ ਹੈਗੀ। ਨੰਬਰ 1 ਮੈਂ ਇਹੀ ਜੋ ਤੁਹਾਡਾ ਫਿਕਰ ਹੈ ਉਹੀ ਮੇਰਾ ਫਿਕਰ ਹੈ ਤੇ ਉਹੀ ਅੱਜ ਆਪਣਾ ਸਾਰਿਆਂ ਦਾ ਫਿਕਰ ਹੋਣਾ ਚਾਹੀਦਾ ਹੈ ਵੀ ਪੰਜਾਬ ਇੱਕ ਲੈਂਡਲੌਕਡ ਸਟੇਟ ਹੈ। ਇੱਥੇ ਜ਼ਮੀਨਾਂ ਮਹਿੰਗੀਆਂ ਨੇ, ਬਾਕੀ ਓਪਰਚੁਨਿਟੀਜ਼ ਬਹੁਤ ਥੋੜ੍ਹੀਆਂ ਨੇ। ਸਾਡੇ ਕੋਲ ਨੈਚੁਰਲ ਰਿਸੋਰਸਿਸ ਇੱਕ ਰੇਤੇ ਤੋਂ ਬਿਨਾਂ ਉਹ ਹੋਰ ਕੋਈ ਨਹੀਂ ਹੈਗਾ। ਆਪਾਂ ਨੂੰ ਅਰਬਨਾਈਜੇਸ਼ਨ ਵੱਲ ਔਰ ਇੰਡਸਟਰੀਲਾਈਜੇਸ਼ਨ ਵੱਲ ਜਾਣਾ ਪਊਗਾ ਔਰ ਉਹਦੇ ਲਈ ਇੰਡਸਟਰੀਲਿਸਟ ਹੋਰ ਕੁਝ ਨਹੀਂ ਮੰਗਦਾ ਹੈਗਾ। ਉਹ ਕਹਿੰਦਾ ਮੈਨੂੰ ਇੱਕ ਸਿਖਾਵਾਂ ਮਾਹੌਲ ਦੇ ਦਿਓ, ਹੋਰ ਮੈਨੂੰ ਕੱਖ ਨਹੀਂ ਚਾਹੀਦਾ, ਬਾਕੀ ਸਾਰਾ ਕੁਝ ਮੈਂ ਆਪਣੇ ਆਪ ਕ੍ਰੀਏਟ ਕਰ ਦੂੰਗਾ। ਸੋ ਇਹ ਚੀਜ਼ ਹੈ ਜਿਹੜੀ ਇਹ ਆਪਾਂ ਨੂੰ ਸਾਰਿਆਂ ਨੂੰ, ਮੈਂ ਇਹੀ ਬੇਨਤੀ ਮੈਂ ਤੁਹਾਨੂੰ ਕਰਨ ਦੇ ਲਈ, ਮੈਂ ਕੋਈ ਗੋਲ ਗੱਲਾਂ ਮੈਨੂੰ ਦੂਜੇ ਲੀਡਰਾਂ ਵਾਂਗੂ ਕਰਨੀਆਂ ਹੁੰਦੀਆਂ, ਮੈਂ ਬੜੀ ਸਪਸ਼ਟ ਗੱਲ ਕੀਤੀ। ਤੁਹਾਡੇ ਜ਼ਰੀਏ ਮੈਂ ਇਹ ਬੇਨਤੀ ਕਰਦਾ ਕਿ ਇੱਕ ਚੰਗਾ ਮਾਹੌਲ ਜਿਹੜਾ ਬਣਾਈਏ। ਤੁਹਾਡਾ ਕਿਸੇ ਵਰਗ ਦਾ ਕੋਈ ਇਸ਼ੂ ਹੈਗਾ, ਸਰਕਾਰ ਉਹਨੂੰ ਸੁਣਨ ਦੇ ਲਈ ਤੇ ਉਹਨੂੰ ਹੱਲ ਕਰਨ ਦੇ ਲਈ ਉਹਨੂੰ ਅਸੀਂ ਪਾਬੰਦ ਹਾਂ। ਅਮਨ ਜੀ, ਵਿਜੀਲੈਂਸ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ। ਕਿਆ ਸਰਕਾਰ ਕੋਈ ਇਸ ਤਰ੍ਹਾਂ ਦਾ ਕਮਿਸ਼ਨ ਬਣਾਉਣ ਦੀ ਤਿਆਰੀ ਕਰ ਰਹੀ ਹੈ, ਬਣਾਏਗੀ? ਕਿਉਂਕਿ ਬਹੁਤ ਸਾਰੇ ਸਾਬਕਾ ਮੰਤਰੀ ਜਾਂ ਬਹੁਤ ਸਾਰੇ ਅਧਿਕਾਰੀਆਂ ਦੇ ਖਿਲਾਫ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹ ਵੀ ਨਸ਼ਰ ਹੁੰਦਾ ਵੀ 125 ਜਿਹੜੇ ਐਸੇ ਹੈ, ਕਿਉਂਕਿ ਵਿਜੀਲੈਂਸ ਨੇ ਮਨਜ਼ੂਰੀ ਮੰਗੀ, ਮਨਜ਼ੂਰੀ ਦਿੱਤੀ ਜਾ ਰਹੀ। ਕੋਈ ਕਮਿਸ਼ਨ ਬਣਾਤਾ ਜਾਵੇ ਵੀ ਪਿਛਲੇ 10 ਸਾਲ ਜਾਂ 15 ਸਾਲ ਦਾ ਵੀ ਕਿਹੜੇ ਕਿੱਥੇ ਕੰਮ ਹੋਏ, ਕਿਹੜੇ ਅਧਿਕਾਰੀ ਤੇ ਕਿਹੜੇ ਲੀਡਰ ਨੇ ਕੀ ਕੀਤਾ। ਕਿਉਂਕਿ ਸਾਡੀ ਵੀ ਕੁਝ ਇਕਨੋਮਿਸਟਾਂ ਨਾਲ ਗੱਲ ਹੁੰਦੀ, ਉਹ ਕਹਿੰਦੇ ਵੀ ਸਰਕਾਰ ਇਦਾਂ ਪਿਕ ਐਂਡ ਚੂਜ਼ ਦੀ ਪਾਲਿਸੀ ਹੈ ਵੀ ਇੱਕ ਪੂਰਾ ਇੱਕ ਫਰੇਮ ਕਿਉਂ ਨਹੀਂ ਬਣਾ ਦਿੰਦੀ ਵੀ ਕਿਹਨਾਂ ਨੇ ਕੀਤਾ, ਪਤਾ ਸਾਰਾ ਬਲੈਕ ਐਂਡ ਵਾਈਟ ਹੋ ਜਾਏਗਾ ਵੀ ਕਿਹਨਾਂ ਨੇ ਭ੍ਰਸ਼ਟਾਚਾਰ ਕੀਤਾ। ਪੰਜਾਬ ਕਰਜ਼ਦਾਰ ਹੁੰਦਾ ਗਿਆ ਤੇ ਜਿਹੜੇ ਕੁਝ ਲੋਕ ਅਮੀਰ ਹੁੰਦੇ ਗਏ। ਦੇਖੋ ਇਸ ਤਰ੍ਹਾਂ ਕਿ ਇਹਦਾ ਜਿਹੜਾ ਪ੍ਰੈਰੋਗੇਟਿਵ ਹੈ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਕਿਉਂਕਿ ਡਿਪਾਰਟਮੈਂਟ ਵੀ ਉਹਨਾਂ ਕੋਲ ਇਹਦੇ ਬਾਰੇ ਕਮਿਸ਼ਨ ਦਾ ਕੋਈ ਵਿਚਾਰ ਹੈ ਜਾਂ ਨਹੀਂ ਹੈ, ਇਹਦੇ ਬਾਰੇ ਬਿਹਤਰ ਤਾਂ ਉਹੀ ਦੱਸ ਸਕਦੇ ਨੇ। ਪਰ ਮੈਂ ਇੱਕ ਗੱਲ ਮੰਨ ਕੇ ਚੱਲਦਾ ਕਿ ਅੰਟਿਲ ਐਂਡ ਅਨਲੈਸ ਜਦੋਂ ਤੱਕ ਡਿਪਾਰਟਮੈਂਟ ਜੇ ਖੁਦ ਆਪ ਕੰਮ ਸਹੀ ਕਰ ਰਿਹਾ ਹੈ ਤੇ ਫਿਰ ਕਮਿਸ਼ਨਸ ਦੀ ਬਹੁਤੇ ਲੋੜ ਨਹੀਂ ਹੁੰਦੀ ਹੈ ਕਿ ਦੇਰ ਆਰ ਮਲਟੀਪਲ ਇੰਸਟੈਂਸਿਸ, ਦੇਰ ਆਰ ਮਲਟੀਪਲ ਕਮਿਸ਼ਨਸ ਇਨ ਦਾ ਪਾਸਟ ਕਿ ਜਿਹੜੇ ਕਮਿਸ਼ਨ ਤਾਂ ਬਣ ਗਏ ਪਰ ਉਹ ਡਿਫੰਕਟ ਸਾਬਤ ਹੋਏ। ਸਵਾਲ ਇਹ ਨਹੀਂ ਹੈ ਕਿ ਕਮਿਸ਼ਨ ਹੈ ਕਿ ਡਿਪਾਰਟਮੈਂਟ ਹੈ, ਸਵਾਲ ਇਹ ਹੈ ਕਿ ਜਿਹੜੀ ਉਸ ਪਾਰਟਿਕੂਲਰ ਕਮਿਸ਼ਨ ਦੇ ਵਿੱਚ ਵੀ ਕੰਮ ਬੰਦਿਆਂ ਨੇ ਕਰਨਾ ਹੈ, ਡਿਪਾਰਟਮੈਂਟ ਦੇ ਵਿੱਚ ਵੀ ਕੰਮ ਬੰਦਿਆਂ ਨੇ ਕਰਨਾ। ਜੇ ਉੱਥੇ ਡਿਪਾਰਟਮੈਂਟ ਹੈ ਜਾਂ ਕਮਿਸ਼ਨ ਹੈ, ਜੇ ਉਹਦੇ ਵਿੱਚ ਕੰਮ ਬੰਦੇ ਸਹੀ ਕਰ ਰਹੇ ਨੇ, ਸਹੀ ਤਰੀਕੇ ਨਾਲ ਕਰ ਰਹੇ ਨੇ, ਪਰਫਾਰਮ ਕਰ ਰਹੇ ਨੇ ਔਰ ਟਰਾਂਸਪੇਰੈਂਟ ਤਰੀਕੇ ਨਾਲ ਕਰ ਰਹੇ ਨੇ, ਫਿਰ ਦੈਨ ਦੇयर ਇਜ਼ ਨੋ ਨੀਡ ਆਫ ਕਮਿਸ਼ਨ। ਮੇਰਾ ਸਵਾਲ ਬਿਜਲੀ ਮੰਤਰੀ ਸਾਹਿਬ ਇੱਕੋ ਹੀ ਸਵਾਲ ਹੈ ਜੀ ਕਿ ਬਿਜਲੀ ਚੋਰੀ ਦਾ ਜਿਹੜੀ ਸਰਕਾਰੀ ਦਫ਼ਤਰਾਂ 'ਚ ਹੁੰਦੀ ਹੈ, ਜਿਸ ਤਰ੍ਹਾਂ ਬੀਤੇ ਦਿਨ ਅੰਮ੍ਰਿਤਸਰ ਦੀ ਮੀਡੀਆ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾ ਕੇ ਦੇਖਿਆ, ਜਦੋਂ ਆਮ ਲੋਕਾਂ ਨੇ ਕਿਹਾ ਕਿ ਅਸੀਂ ਕੰਮ ਕਰਵਾਉਣ ਗਏ ਆ ਪਰ ਉੱਥੇ ਸਰਕਾਰੀ ਬਾਬੂ ਜਿਹੜੇ ਆ ਵੱਡੇ ਹੀਟਰ ਲਾ ਕੇ ਉਸ ਨੂੰ ਇੰਜੋਏ ਕਰ ਰਹੇ ਆ। ਇਹਦੇ ਲਈ ਕੁਝ ਕੀਤਾ ਜਾ ਰਿਹਾ, ਉਹ ਖਬਰਾਂ ਵੀ ਨਸ਼ਰ ਹੋਈਆਂ। ਔਰ ਦੇਖੋ, ਸਭ ਤੋਂ ਪਹਿਲਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਜਿਵੇਂ ਜ਼ੀਰੋ ਟੋਲਰੈਂਸ ਟੂ ਕਰਪਸ਼ਨ ਕਿਹਾ, ਸਾਡੀ ਉਵੇਂ ਹੀ ਜ਼ੀਰੋ ਟੋਲਰੈਂਸ ਟੂ ਪਾਵਰ ਥੈਫਟ। ਬਿਜਲੀ ਚੋਰੀ ਤੇ ਵੀ ਅਸੀਂ ਜ਼ੀਰੋ ਟੋਲਰੈਂਸ ਦੀ ਪਾਲਿਸੀ ਜਿਹੜੀ ਆ ਉਹ ਲਾਗੂ ਕੀਤੀ ਹੋਈ ਆ। ਔਰ ਜੇ ਕਿਤੇ ਸਾਡੇ ਕੋਲ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ, ਅਸੀਂ ਉਹਦੇ ਤੇ ਪ੍ਰੋਪਰ ਜੋ ਵੀ ਕਾਰਵਾਈ ਬਣਦੀ ਆ ਉਹ ਡਿਪਾਰਟਮੈਂਟ ਕਰਦਾ। ਡਿਪਾਰਟਮੈਂਟ ਦੀ ਆਪਣੀ ਇਨਫੋਰਸਮੈਂਟ ਏਜੰਸੀ ਆ, ਡਿਪਾਰਟਮੈਂਟ ਦੇ ਆਪਣੇ ਪੁਲਿਸ ਸਟੇਸ਼ਨ ਨੇ, ਉਹਨਾਂ ਦੇ ਵਿੱਚ ਬਕਾਇਦਾ ਉਹਨਾਂ ਦੀ FIR ਦਰਜ ਹੁੰਦੀ ਆ। ਜਿੰਨੇ ਲਾਸਸ ਨੇ ਸਾਡੀ ਇੱਕ ਦਿਲੀ ਇੱਛਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਬਿਜਲੀ ਦੇ ਲਾਸਸ ਨੇ ਉਹਨੂੰ ਘੱਟ ਤੋਂ ਘੱਟ ਲੈ ਕੇ ਆਈਏ। ਕਿਉਂਕਿ ਹੁਣ ਤੱਕ ਇੱਕ ਮਿੰਟ ਮੇਰੀ ਗੱਲ ਸੁਣੋ, ਹੁਣ ਤੱਕ ਜਿਹੜੇ ਅਸੀਂ 600 ਯੂਨਿਟ 2 ਮਹੀਨਿਆਂ ਦਾ ਫ੍ਰੀ ਦਿੱਤਾ ਘਰੇਲੂ ਡੋਮੈਸਟਿਕ ਦੇ ਵਿੱਚ, ਅਸੀਂ ਪਹਿਲਾਂ ਵੀ ਅਪੀਲ ਵੀ ਕੀਤੀ ਆ ਕਿ ਜੇ 600 ਯੂਨਿਟ ਦੇ ਨਾਲ ਅਸੀਂ ਗੁਜ਼ਾਰਾ ਕਰਨਾ ਚਾਹੁੰਦੇ ਹਾਂ ਤੇ ਘਰ ਦਾ ਬਹੁਤ ਵਧੀਆ ਗੁਜ਼ਾਰਾ ਹੁੰਦਾ 2 ਮਹੀਨੇ ਦਾ। ਪਰ ਜੇ ਇਸ ਤੋਂ ਬਾਅਦ ਵੀ ਕੋਈ ਸਾਨੂੰ ਘਰ ਇਹੋ ਜਿਹੇ ਲੱਭਦੇ ਨੇ ਜਿਹੜੇ ਕਿ ਅਨਡਿਊ ਕੋਈ ਕੁੰਡੀ ਪਾ ਕੇ ਜਾਂ ਕੋਈ ਹੋਰ ਮੈਥਡ ਯੂਜ਼ ਕਰਕੇ ਕੋਈ ਬਿਜਲੀ ਚੋਰੀ ਕਰਦੇ ਨੇ ਤੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। ਸਰਕਾਰੀ ਅਧਿਕਾਰੀਆਂ ਤੇ ਹੋਏਗੀ ਜੀ, ਜਿਹੜੇ ਵੱਡੀਆਂ ਤਾਰਾਂ ਤੇ ਵੱਡੀਆਂ, ਚਾਹੇ ਸਰਕਾਰੀ ਅਧਿਕਾਰੀ ਹੋਵੇ ਚਾਹੇ ਪੋਲੀਟੀਸ਼ੀਅਨ ਹੋਵੇ, ਕਾਨੂੰਨ ਸਾਰਿਆਂ ਵਾਸਤੇ ਇੱਕ ਹੈ। देयर इज रूल ऑफ लॉ इन इंडिया। ਕਿਸੇ ਅਧਿਕਾਰੀ ਦਾ ਕਿਸੇ ਬੰਦੇ ਦਾ ਕੋਈ ਸ਼ਾਸਨ ਨਹੀਂ ਹੈ। ਇੱਥੇ ਸ਼ਾਸਨ ਕਾਨੂੰਨ ਕਰਦਾ। ਕਾਨੂੰਨ ਦੀ ਨਜ਼ਰਾਂ ਦੇ ਵਿੱਚ ਚਾਹੇ ਉਹ
ਪੋਲੀਟੀਸ਼ੀਅਨ ਆ, ਚਾਹੇ ਉਹ ਬਿਊਰੋਕਰੈਟ ਆ, ਚਾਹੇ ਕੋਈ ਕਰਮਚਾਰੀ ਆ, ਅਧਿਕਾਰੀ ਆ, ਚਾਹੇ ਕੋਈ ਆਮ ਬੰਦਾ, ਸਾਰੇ ਇੱਕ ਨੇ, ਹਰ ਉੱਤੇ ਬਰਾਬਰ ਕਾਰਵਾਈ ਹੋਏ। ਭਾਜੀ ਮਕਬੂਲ 600 ਯੂਨਿਟ ਦੇ ਕਰਕੇ ਆਮਦਨ ਜਿਹੜੀ ਆ ਲਗਾਤਾਰ ਘਟ ਗਈ ਆ ਤੇ ਵਿੱਤੀ ਜਿਹੜਾ ਸੰਕਟ ਲਗਾਤਾਰ ਦੇਖੋ ਉਹ ਜਿਹੜੇ ਤੁਸੀਂ PSPCL ਇੱਕ ਕਾਰਪੋਰੇਸ਼ਨ, ਠੀਕ ਆ, ਉਹ ਬਿਜਲੀ ਬਣਾਉਂਦੀ ਆ, ਬਿਜਲੀ ਦਿੰਦੀ, ਜੋ ਉਹਨਾਂ ਦਾ ਘਾਟਾ ਹੈ ਉਹ ਸਰਕਾਰ ਨੇ ਦੇਣਾ। ਸਰਕਾਰ ਆਪਣਾ ਜੋ ਉਹਨਾਂ ਦੇ ਬਣਦਾ ਹੈ ਪੈਸਾ, ਸਰਕਾਰ ਉਹਨਾਂ ਨੂੰ ਸਬਸਿਡੀ ਦੇ ਰੂਪ ਦੇ ਵਿੱਚ ਦੇ ਰਹੀ ਹੈ। ਇਸ ਕਰਕੇ PSPCL ਘਾਟੇ ਜਾਂ ਵਾਧੇ ਚ ਇਹਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਗੱਲ ਇਹ ਆ ਕਿ ਜੇ PSPCL ਨੂੰ ਅਸੀਂ ਆਪਣੀ ਅਦਾਇਗੀ ਜਿਹੜੀ ਆ ਸਮੇਂ ਸਿਰ ਪੂਰੀ ਕਰ ਰਹੇ ਆ, ਔਰ PSPCL ਜਿਹੜਾ ਹੈ ਉਹ ਪੂਰੀ ਅਨਇੰਟਰਪਟਡ ਸਪਲਾਈ ਜਿਹੜੀ ਆ ਉਹ ਦੇ ਰਿਹਾ। ਪਿੱਛੇ ਤੁਸੀਂ ਦੇਖੋ ਇਸ ਵਾਰੀ ਝੋਨੇ ਦੇ ਸੀਜ਼ਨ ਦੇ ਦੌਰਾਨ ਕਿਤੇ ਕੋਈ ਕਿੱਲਤ ਨਹੀਂ ਆਈ, ਜਦ ਕਿ ਸਾਨੂੰ ਵਿਰੋਧੀ ਕਹਿੰਦੇ ਸੀਗੇ ਕਿ ਬਲੈਕ ਆਊਟ ਹੋਣ ਜਾ ਰਿਹਾ, ਸਰਕਾਰ ਨਹੀਂ ਚੱਲਣੀ, ਪੰਜਾਬ ਦੇ ਵਿੱਚ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਜਾਣੀ। ਅਸੀਂ ਰਿਕਾਰਡ ਤੋੜ ਬਿਜਲੀ ਇਸ ਵਾਰੀ ਝੋਨੇ ਦੇ ਸੀਜ਼ਨ ਦੇ ਵਿੱਚ ਦਿੱਤੀ। ਕਿਤਿਓਂ ਸਾਨੂੰ ਕੋਈ ਕੰਪਲੇਂਟ ਜਿਹੜੀ ਆ ਨਹੀਂ ਆਈ ਕਿ ਬਿਜਲੀ ਦੀ ਸਪਲਾਈ ਰੋਕੀ ਗਈ। ਹੁਣ ਜਿਹੜੀਆਂ ਸੈਸ਼ਨ ਸਰ ਥੋੜਾ ਇੱਕ ਛੋਟਾ ਦੱਸ ਦਿਓ, ਵਿਧਾਨ ਸਭਾ ਸੈਸ਼ਨ ਇਸ ਵਾਰ ਕਿਵੇਂ ਨਹੀਂ ਬੁਲਾਇਆ ਗਿਆ ਜੀ, ਉਹਦੇ ਕਾਰਨ ਜਾਂ ਕਦੋਂ ਬੁਲਾਇਆ ਨਹੀਂ ਜਾ ਆ ਰਹੇ ਜੀ, ਉਹ ਤੇ ਨੈਕਸਟ ਮੰਥ। ਅਮਨ ਜੀ ਕਲਾਸ ਵਾਲੇ ਦੇਖੋ ਜੀ, ਸਰਕਾਰ ਜਦੋਂ ਆਈ ਸੀਗੀ ਉਦੋਂ ਕਿਹਾ ਜਾਂਦਾ ਸੀ ਵੀ ਰੇਤ ਮਾਫੀਆ 20,000 ਕਰੋੜ ਦੀ ਇਨਕਮ ਹੋਏਗੀ, ਨਸ਼ਾ ਮਾਫੀਆ 15,000 ਕਰੋੜ ਕਮਾਇਆ ਜਾਏਗਾ। ਹੁਣ ਕਿਤੇ ਇਹ ਨਹੀਂ ਲੱਗ ਰਿਹਾ ਵੀ ਸਰਕਾਰ ਇਹਨਾਂ ਮੁੱਦਿਆਂ ਤੋਂ ਕਿਤੇ ਭੱਜ ਰਹੀ ਹੈ। 9 ਮਹੀਨੇ ਹੋ ਗਏ ਹਜੇ ਤੱਕ, ਕਿਉਂਕਿ 30,000 ਕਰੋੜ ਰੁਪਇਆ ਸਰਕਾਰ ਨੇ ਫਿਰ ਕਰਜ਼ਾ ਲੈ ਲਿਆ। ਇਹ ਗੱਲਾਂ ਅਸੀਂ ਜਦੋਂ ਸੱਤਾ 'ਚ ਨਹੀਂ ਸੀ, ਵਿਪਕਸ਼ ਸੀਗੇ ਤੇ ਅਸੀਂ ਕਰਦੇ ਸੀਗੇ ਤੇ ਆਰੋਪ ਲਗਾਉਂਦੇ ਸੀਗੇ, ਤੇ ਇੱਥੇ ਅਸੀਂ ਕਿੱਥੇ ਸਟੈਂਡ ਕਰਦੇ ਹਾਂ? ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਤੁਸੀਂ ਕਰਜ਼ੇ ਦੀ ਗੱਲ ਕਰਦੇ ਹੋ, ਇੱਕ ਹਰੇਕ ਸਟੇਟ ਦਾ ਫਾਈਨੈਂਸ਼ੀਅਲ ਮੈਕੈਨਿਜ਼ਮ ਹੁੰਦਾ, ਹਰ ਵੀਕ ਤੁਸੀਂ ਕਰਜ਼ਾ ਲੈ ਵੀ ਸਕਦੇ ਹੋ ਤੇ ਹਰ ਵੀਕ ਤੁਸੀਂ ਕਰਜ਼ਾ ਦੇ ਵੀ ਸਕਦੇ ਹੋ। ਅਸੀਂ ਨਾਲ ਜਿਹੜੀ ਇਹਨੂੰ ਫਿਸਕਲ ਪ੍ਰੂਡੈਂਸ ਕਹੋ ਕਿ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਰਜ਼ਾ ਘੱਟ ਤੋਂ ਘੱਟ ਲਿਆ ਜਾਵੇ ਔਰ ਮੋੜਿਆ ਵੀ ਉਹ ਜਿਹੜਾ ਹੈ ਉਹ ਵੱਡੇ ਪੱਧਰ ਦੇ ਉੱਪਰ ਜਾ ਰਿਹਾ ਹੈ। ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਰੇਤ ਮਾਫੀਆ ਦੀ ਔਰ ਸ਼ਰਾਬ ਮਾਫੀਆ ਜਿਹੜਾ ਚੱਲਦਾ ਸੀਗਾ, ਅਸੀਂ ਜਿਹੜੀ ਗੱਲ ਪਹਿਲਾਂ ਕਹਿੰਦੇ ਸੀ ਕਿ ਅੱਜ ਵੀ ਉਸੇ ਗੱਲ ਦੇ ਉੱਪਰ ਖੜੇ ਹਾਂ। ਰੇਤ ਦੇ ਜਿਹੜੇ ਕੰਟਰੈਕਟਸ ਨੇ ਉਹ ਸਾਲ ਉਹ ਲੰਬੇ ਹੋਏ ਨੇ। ਉਹਨਾਂ ਦੇ ਉਹ ਇੱਕ ਮਾਫੀਆ ਗਲਬਾ ਇਹੋ ਜਿਹਾ ਬਣਿਆ ਹੋਇਆ ਸੀਗਾ ਕਿ ਉਹਨਾਂ ਨੂੰ ਤੋੜਨ ਦੇ ਵਿੱਚ ਸਮਾਂ ਲੱਗਣਾ ਸੀਗਾ। ਕੈਬਨਿਟ ਸਾਡੀ ਕ੍ਰੈਸ਼ਰ ਪਾਲਿਸੀ ਔਰ ਮਾਈਨਰ ਮਿਲਰ ਪਾਲਿਸੀ ਹੈ, ਜਿਹੜੀ ਰੇਤ ਦੀ ਪਾਲਿਸੀ ਹੈ, ਉਹ ਲੈ ਆਈ। ਜੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੁਐਸ਼ ਕਰਦੇ ਸੀਗੇ ਟੈਂਡਰਸ ਨੂੰ, ਤੇ ਉਹ ਹਾਈ ਕੋਰਟ ਦੇ ਵਿੱਚੋਂ ਤਾਂ ਅੱਜ ਕੱਲ੍ਹ ਸਟੇ ਵਗੈਰਾ ਜਿਹੜੀ ਉਹ ਮਿਲ ਜਾਂਦੀ ਹੈ। ਇਸ ਕਰਕੇ ਔਰ ਅਗਲਾ ਮੈਕੈਨਿਜ਼ਮ ਸੈੱਟ ਕੀਤੇ ਵਗੈਰਾ ਪਿਛਲੇ ਨੂੰ ਡਿਸਟਰਬ ਨਹੀਂ ਕੀਤਾ। ਜਿਹੜੇ ਤੁਸੀਂ ਰੇਟਾਂ ਦੀ ਗੱਲ ਕਰਦੇ ਹੋ, ਰੇਟਾਂ ਦੇ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਕਿਉਂਕਿ ਜਦੋਂ ਇਲੀਗਲ ਮਾਈਨਿੰਗ ਦੇ ਉੱਪਰ ਚੂੜੀ ਕਸੀ ਗਈ, ਸਪਲਾਈ ਘਟ ਗਈ, ਡਿਮਾਂਡ ਵੱਧ ਸੀਗੀ, ਇਸ ਕਰਕੇ ਰੇਟਸ ਨੇ ਜਿਹੜੇ ਉਹ ਵਧੇ। ਸੋ ਇਸ ਕਰਕੇ ਇਹ ਜਿਹੜਾ ਇੱਕ ਪਿਛਲਾ ਮੈਸਅਪ ਚੱਲਿਆ ਆਉਂਦਾ ਸੀਗਾ, ਉਹਦਾ ਇੰਪੈਕਟ ਤਾਂ ਹੋਣਾ ਹੀ ਸੀਗਾ, ਜਿਹੜਾ ਕਿ ਹੌਲੀ ਹੌਲੀ ਆਉਣ ਵਾਲੇ ਦਿਨਾਂ ਦੇ ਵਿੱਚ, ਹੋਰ 2-3 ਮਹੀਨਿਆਂ ਦੇ ਵਿੱਚ, ਜਦੋਂ ਨਵੇਂ ਟੈਂਡਰਸ ਨੇ ਜਿਹੜੇ ਉਹ ਹੋ ਜਾਣਗੇ, ਦੇ ਵਿਲ ਬੀ ਸੌਰਟਡ ਆਊਟ, ਨੰਬਰ 1। ਨੰਬਰ 2, ਹੁਣ ਇਹਦੇ ਕੰਪੈਰੇਟਿਵਲੀ ਤੁਸੀਂ ਸ਼ਰਾਬ ਮਾਫੀਆ ਦੀ, ਨਸ਼ਾ ਮਾਫੀਆ ਦੀ ਗੱਲ ਕੀਤੀ। ਸਰਕਾਰ ਬਣੀ 16 ਮਾਰਚ ਨੂੰ। ਜਿਹੜੇ ਐਕਸਾਈਜ਼ ਦੇ ਸ਼ਰਾਬ ਦੇ ਕੰਟਰੈਕਟ ਨੇ ਉਹ ਵੀ 31 ਮਾਰਚ ਨੂੰ ਖਤਮ ਹੋ ਜਾਂਦੇ ਨੇ। 3 ਮਹੀਨੇ ਬਾਅਦ ਅਸੀਂ ਐਕਸਾਈਜ਼ ਪਾਲਿਸੀ ਲੈ ਕੇ ਆਏ। ਜਿਹੜੀ ਅੱਜ ਤੱਕ 70 ਸਾਲਾਂ ਦੇ ਵਿੱਚ ਐਕਸਾਈਜ਼ ਰੈਵਨਿਊ ਦੀ ਕਲੈਕਸ਼ਨ ਸੀ, ਜਿਹੜੀ ਹੁਣ ਤੱਕ ਅਕਾਲੀ ਕਾਂਗਰਸ ਦੀ ਸਰਕਾਰਾਂ ਤੋਂ 6200 ਕਰੋੜ ਤੇ ਪਹੁੰਚੀ ਸੀਗੀ, ਉਹ ਸਾਡੇ ਟਾਰਗੇਟਸ ਨੇ ਜਿਹੜੇ ਉਹ 9700 ਕਰੋੜ ਦੇ ਨੇ, ਵਿਚ ਆਰ ਕਲੋਜ਼ ਟੂ ਬੀ ਅਚੀਵਡ ਵੈਰੀ ਸੂਨ। ਆਹ 2-3 ਮਹੀਨੇ ਤੁਹਾਨੂੰ ਪਤਾ ਲੱਗ ਜੂਗਾ 97 ਨੂੰ ਹੋਏਗਾ, 95 ਜਾਂ 9200 ਕਰੋੜ ਹੋ ਜਾਏਗਾ। ਇੱਕ 9 ਮਹੀਨਿਆਂ ਦੀ ਟਾਈਮ ਵਿੰਡੋ ਦੇ ਵਿੱਚ ਜੇ ਤੁਸੀਂ 3200 ਕਰੋੜ ਯਾਨੀ ਕਿ 6200 ਕਰੋੜ ਤੋਂ 9200 ਕਰੋੜ ਤੇ ਲੈ ਜਾਂਦੇ ਹੋ, ਤੇ 1.5 ਜੇ ਤੁਸੀਂ ਰੈਵਨਿਊ ਕਲੈਕਸ਼ਨ ਕਰਦੇ ਨੇ ਸਿਰਫ ਐਕਸਾਈਜ਼ ਦੇ ਵਿੱਚ, ਦੈਟ ਮੀਨਸ ਕਿਤੇ ਨਾ ਕਿਤੇ ਤਾਂ ਮਾਫੀਆ ਚੱਲ ਰਿਹਾ ਸੀਗਾ। ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਇਸ ਕਿ ਪਹਿਲਾਂ ਇੰਨਾ ਕੁ ਮੈਸਅਪ ਹੋਇਆ ਸੀ ਨਾ ਜੀ ਸਾਰਾ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਾਂ, ਆਪਦੇ ਮਹਿਕਮੇ ਦੇ ਦੇਣਾ, ਬੜੀ ਛੋਟੀ ਜਿਹੀ ਐਗਜ਼ਾਮਪਲ ਹੈ। ਸਾਡੇ ਲੁਧਿਆਣੇ ਦੇ ਵਿੱਚ ਇੱਕ ਗਲਾਡਾ ਕੋਲ 1.25 ਏਕੜ ਦੀ ਸਾਈਟ ਸੀਗੀ। ਉਹਨੂੰ ਗਲਾਡਾ ਲੋਕਾਂ ਨੂੰ ਫੰਕਸ਼ਨਸ ਵਾਸਤੇ, ਐਗਜ਼ੀਬਿਸ਼ਨਸ ਵਾਸਤੇ, ਜਾਂ ਜਦੋਂ ਰਾਮਲੀਲਾ ਦੇ ਫੰਕਸ਼ਨ ਹੁੰਦੇ ਸੀਗੇ 15 ਦਿਨ, ਉਦੋਂ ਕਿਰਾਏ 'ਤੇ ਦੇ ਦਿੰਦੇ ਸੀਗੇ। ਸਾਡੇ ਇਸ ਤੋਂ ਪਹਿਲਾਂ ਲਾਸਟ ਈਅਰ ਤੁਸੀਂ ਗੈਸ ਕਰੋ ਕਿ ਉਹ ਪਰ ਡੇ ਕਿੰਨੇ ਰੁਪਏ ਰੈਂਟ ਦੇ ਉੱਪਰ ਗਈ ਹੋਗੀ? 15,100 ਪਿਛਲੇ ਸਾਲ। ਤੇ ਇਸ ਵਾਰ ਅਸੀਂ ਕਿੰਨੇ ਤੇ ਚੜਾਈ ਹੈ? ਉਹ 4,71,000 ਰੁਪਏ ਪਰ ਡੇ। 15 ਦਿਨਾਂ ਦਾ ਕਿਰਾਇਆ ਜਿਹੜਾ 70 ਲੱਖ ਰੁਪਇਆ ਗਲਾਡਾ ਕੋਲ ਐਡੀਸ਼ਨਲ ਆ ਗਿਆ। This was very small example, but this was the quantum of mafia and inappropriation of funds that was being done by the previous government. So ਅਸੀਂ ਸਾਰੇ ਨੂੰ ਹੈਂਡਲ ਕਰਨ ਲੱਗੇ ਤੇ ਬੜੀ ਜਲਦੀ ਹੀ ਇਹ ਸਾਰੇ ਸਿਸਟਮ ਨੇ ਜਿਹੜੇ ਇਹਨਾਂ ਨੂੰ ਦਰੁਸਤ ਕਰਕੇ you will see a good and progressive Punjab.